concept of macroeconomics ਤੇ ਆਪਾਂ ਅੱਜ ਕਰਾਂਗੇ ਜੀ circular flow of income। ਕਹਿੰਦੇ ਕੋਈ ਵੀ ਕੰਟਰੀ ਹੈ ਚਾਹੇ ਡਿਵੈਲਪਡ ਆ ਜਾਂ ਡਿਵੈਲਪ ਹੋ ਰਹੀ ਹੈ ਜੀ ਚਾਹੇ ਅੰਡਰ ਡਿਵੈਲਪ ਆ ਵੀ ਜਿਹੜੀ ਹਜੇ ਡਿਵੈਲਪ ਨਹੀਂ ਹੋਈ, ਤਾਂ ਹਰ ਇੱਕ ਕੰਟਰੀ ਦੇ ਵਿੱਚ ਜੋ ਆਪਣੀਆਂ ਤਿੰਨ ਐਕਟੀਵਿਟੀਜ਼ ਨੇ ਉਹ ਮੇਨ ਨੇ, ਪ੍ਰੋਡਕਸ਼ਨ, ਦੂਸਰਾ ਜਨਰੇਸ਼ਨ ਆਫ ਇਨਕਮ, ਤੀਸਰਾ ਆਪਣਾ ਐਕਸਪੈਂਡੀਚਰ। ਜਿਹੜੀਆਂ ਤਿੰਨੋਂ ਐਕਟੀਵਿਟੀਆਂ ਨੇ ਇਹ ਸਰਕਲ ਦੇ ਵਿੱਚ ਚੱਲਦੀਆਂ। ਇਹੀ ਜਿਹੜਾ ਆਪਣਾ ਪ੍ਰੋਸੈਸ ਆ ਉਹਨੂੰ ਆਪਾਂ ਕੀ ਕਹਿੰਦੇ ਆ, ਸਰਕੂਲਰ ਫਲੋ ਆਫ ਇਨਕਮ ਕਹਿੰਦੇ ਆ। ਤਿੰਨ ਐਕਟੀਵਿਟੀਜ਼ ਕਿਹੜੀਆਂ ਨੇ ਜੀ? ਇੱਕ ਆਪਣੀ ਪ੍ਰੋਡਕਸ਼ਨ, ਜੋ ਵੀ ਆਪਾਂ ਗੁੱਡਸ ਐਂਡ ਸਰਵਿਸ ਕੀ ਕਰ ਰਹੇ ਹਾਂ, ਪ੍ਰੋਡਿਊਸ ਕਰ ਰਹੇ ਹਾਂ। ਨੰਬਰ 2 ਤੇ ਆਪਣੀ ਆ ਗਈ ਜੀ ਇਨਕਮ, ਤੇ ਜਿਹੜਾ ਆਪਣਾ ਤੀਸਰਾ ਇਹਨੂੰ ਆਪਾਂ ਲਿਖ ਦਿੰਦੇ ਹਾਂ ਜੀ ਜਨਰੇਸ਼ਨ ਆਫ ਇਨਕਮ। ਜੋ ਆਪਣਾ ਤੀਸਰਾ ਉਹ ਹੈਗਾ ਜੀ ਆਪਣਾ ਐਕਸਪੈਂਡੀਚਰ। ਕਹਿੰਦੇ ਵੀ ਜੇ ਕੰਟਰੀ ਦੇ ਵਿੱਚ ਪ੍ਰੋਡਕਸ਼ਨ ਹੋਊ ਤਾਂ ਕੰਟਰੀ ਦੇ ਵਿੱਚ ਵੈਲਿਊ ਐਡ ਹੋ। ਕਹਿੰਦੇ ਵੀ ਜਿਹੜਾ ਪ੍ਰੋਡਿਊਸਰ ਸੈਕਟਰ ਆ ਉਹਨੇ ਫੈਕਟਰ ਸਰਵਿਸ ਲਈਆਂ ਹੋਣਗੀਆਂ ਆਪਣੇ ਹਾਊਸ ਹੋਲਡ ਸੈਕਟਰ, ਤਾਂ ਜਦੋਂ ਉਹਨਾਂ ਤੋਂ ਸਰਵਿਸ ਲਈਆਂ ਨੇ ਤਾਂ ਉਹਦੇ ਬਦਲੇ ਉਹਨਾਂ ਨੂੰ ਕੀ ਕਰੂਗਾ ਜੀ, ਉਹ ਫੈਕਟਰ ਪੇਮੈਂਟ ਕਰੂਗਾ, ਜੋ ਜਿਹਦੇ ਨਾਲ ਕੰਟਰੀ ਦੇ ਵਿੱਚ ਕੀ ਹੋਊਗੀ, ਇਨਕਮ ਜਨਰੇਟ ਹੋਊਗੀ। ਜਿਵੇਂ ਰੈਂਟ, इंटरेस्ट हो गया जी, अपना प्रॉफिट हो गया, कंपनसेशन ऑफ एम्प्लॉय जो प्रोड्यूसर सेक्टर द्वारा प्रोवाइड किया जाऊगा हाउस होल्ड सेक्टर ਨੂੰ। ਤਾਂ ਜਦੋਂ ਲੋਕਾਂ ਕੋਲ ਇਨਕਮ ਆ ਗਈ, ਲੋਕਾਂ ਦੀ ਫੈਕਟਰ ਇਨਕਮ ਬਣ ਗਈ, ਤਾਂ ਉਹਦੇ ਨਾਲ ਕੰਟਰੀ ਦੇ ਵਿੱਚ ਕੀ ਆ ਡਿਮਾਂਡ ਕ੍ਰੀਏਟ ਕਰਨਗੇ, ਜਿਨ੍ਹਾਂ ਦੁਆਰੇ ਫਿਰ ਕੀ ਆਪਣੀ ਪ੍ਰੋਡਕਸ਼ਨ ਸਟਾਰਟ ਹੋ ਜਾਂਦੀ ਆ। ਤਾਂ ਇਸ ਤਰ੍ਹਾਂ ਕੀ ਆਪਣਾ ਸਰਕਲ ਆ ਜਿਹੜਾ ਚੱਲਦਾ ਰਹਿੰਦਾ। ਇਹ ਸਰਕਲ ਨੂੰ ਆਪਾਂ ਕੀ ਕਹਿੰਦੇ ਆ, ਸਰਕੂਲਰ ਫਲੋ ਆਫ ਇਨਕਮ ਕਹਿੰਦੇ ਆ। ਇਸ ਤੋਂ ਬਾਅਦ ਜੀ ਆਪਣੇ ਜਿਹੜੇ 3 ਫੇਸਸ ਨੇ ਆਪਣੇ ਜਿਹੜਾ ਸਰਕੂਲਰ ਫਲੋ ਆ, ਕਿੰਨੇ ਫੇਸ ਨੇ ਜੀ ਆਪਣੇ? 3 ਫੇਸਸ ਨੇ ਆਪਣੇ, ਜੋ ਆਪਣੇ ਕਿਹਦੇ ਨੇ ਆਫ ਸਰਕੂਲਰ ਫਲੋ ਆਫ ਇਨਕਮ। 3 ਫੇਸ ਕਿਹੜੇ ਨੇ ਜੀ? ਪਹਿਲਾ ਫੇਸ ਹੈਗਾ ਜੀ ਆਪਣਾ ਪ੍ਰੋਡਕਸ਼ਨ ਆਫ ਗੁੱਡਸ ਐਂਡ ਸਰਵਿਸ, ਜੋ ਆਪਾਂ ਨੇ ਇੱਥੇ ਪਹਿਲੇ ਕੀਤਾ ਜੀ। ਇਹਦੇ ਵਿੱਚ ਵੀ ਜੋ ਪ੍ਰੋਡਕਸ਼ਨ ਹੈ ਆਪਣਾ ਪਹਿਲੀ ਫੇਸ ਆ, ਜਿਹੜਾ ਆਪਣੇ 3 ਫੇਸ ਦੇ ਵਿੱਚ ਆਉਂਦਾ। ਜਿਹੜਾ ਆਪਣਾ ਦੂਸਰਾ ਫੇਸ ਆ ਉਹ ਹੈਗਾ ਜੀ ਜਨਰੇਸ਼ਨ ਆਫ ਇਨਕਮ। ਜੋ ਆਪਣਾ ਤੀਸਰਾ ਫੇਸ ਆ ਉਹ ਹੈਗਾ ਜੀ ਆਪਣਾ ਐਕਸਪੈਂਡੀਚਰ। ਜੋ ਆਪਾਂ ਨੂੰ ਇਨਕਮ ਮਿਲੀ ਹੈ ਉਹਦੇ ਵਿੱਚ ਆਪਾਂ ਕੀ ਕਰਾਂਗੇ, ਐਕਸਪੈਂਡੀਚਰ ਕਰਾਂਗੇ। ਹੁਣ ਪਹਿਲੇ ਫੇਸ ਦੇ ਵਿੱਚ ਕਹਿੰਦੇ ਆਪਾਂ ਗੱਲ ਕਰਦੇ ਹਾਂ ਜੀ ਪ੍ਰੋਡਕਸ਼ਨ ਆਫ ਗੁੱਡਸ ਐਂਡ ਸਰਵਿਸ। ਕਹਿੰਦੇ ਵੀ ਜੇ ਪ੍ਰੋਡਕਸ਼ਨ ਹੋ ਤਾਂ ਕੰਟਰੀ ਦੇ ਵਿੱਚ ਵੈਲਿਊ ਐਡ ਹੋਊਗੀ, ਵੀ ਜਿਹੜਾ ਪ੍ਰੋਡਿਊਸਰ ਸੈਕਟਰ ਆ ਉਹਦੇ ਦੁਆਰਾ, ਠੀਕ ਹੈ ਜੀ, ਵੀ ਆਪਾਂ ਨੇ ਹਾਊਸ ਹੋਲਡ ਸੈਕਟਰ ਤੋਂ ਫੈਕਟਰ ਆਫ ਪ੍ਰੋਡਕਸ਼ਨ ਹਾਇਰ ਕਰੇ ਹੋਣਗੇ ਜਾਂ ਪਰਚੇਸ ਕੀਤੇ ਹੋਣਗੇ, ਜਿਹਦੀ ਹੈਲਪ ਦੇ ਨਾਲ ਆਪਾਂ ਨੇ ਕੀ ਕੰਟਰੀ ਦੇ ਵਿੱਚ ਪ੍ਰੋਡਕਸ਼ਨ ਕਰੀ ਹੈ ਗੁੱਡਸ ਐਂਡ ਸਰਵਿਸ ਦੀ। ਤੇ ਜੇ ਕੰਟਰੀ ਦੇ ਵਿੱਚ ਪ੍ਰੋਡਕਸ਼ਨ ਹੋਊਗੀ ਤਾਂ ਕੰਟਰੀ ਦੇ ਵਿੱਚ ਕੀ ਆ ਵੈਲਿਊ ਐਡ ਹੋ ਰਹੀ ਆ। ਤਾਂ ਇਹਦੇ ਵਿੱਚ ਕੀ ਆਪਣਾ ਕਿਹਦੇ ਨਾਲ ਰਿਲੇਟ ਕਰਦਾ ਜੀ? ਇਹ ਵੈਲਿਊ ਐਡੀਸ਼ਨ ਦੇ ਨਾਲ ਰਿਲੇਟ ਕਰਦਾ ਆਪਣਾ ਜਿਹੜਾ ਪ੍ਰੋਡਕਸ਼ਨ ਆ ਪਹਿਲਾ ਫੇਸ। ਕਹਿੰਦੇ ਹੁਣ ਜੇ ਕੰਟਰੀ ਦੇ ਵਿੱਚ ਵੈਲਿਊ ਐਡੀਸ਼ਨ ਹੋ ਤਾਂ ਜੋ ਆਪਾਂ ਨੈਸ਼ਨਲ ਇਨਕਮ ਕੈਲਕੂਲੇਟ ਕਰਦੇ ਹਾਂ ਜੀ, ਉਹਦੇ 3 ਮੈਥਡ ਕਰਦੇ ਹਾਂ। ਤਾਂ ਜਿਹੜਾ ਪਹਿਲਾ ਮੈਥਡ ਆਪਣਾ ਜਿਹਨੂੰ ਆਪਾਂ ਕਹਿੰਦੇ ਆ ਵੈਲਿਊ ਐਡਡ ਮੈਥਡ, ਉਹ ਆਪਣਾ ਕਿਹਦੇ ਵਿੱਚ ਕੈਲਕੂਲੇਟ ਮਤਲਬ ਆਇਆ ਜੀ, ਉਹ ਪ੍ਰੋਡਕਸ਼ਨ ਫੇਸ ਦੇ ਵਿੱਚੋਂ ਆਇਆ, ਕਿਉਂਕਿ ਪ੍ਰੋਡਕਸ਼ਨ ਫੇਸ ਦੇ ਵਿੱਚ ਕੀ ਹੋ ਰਹੀ ਆ, ਵੈਲਿਊ ਐਡੀਸ਼ਨ ਹੋ ਰਹੀ ਆ। ਤਾਂ ਇਸ ਤੋਂ ਹੀ ਜਿਹੜਾ ਆਪਣਾ ਮੈਥਡ ਬਣਿਆ ਜੀ ਪਹਿਲਾ ਉਹ ਬਣਿਆ ਵਾ ਜੀ ਵੈਲਿਊ ਐਡਡ ਮੈਥਡ। ਤਾਂ ਉਸ ਤੋਂ ਬਾਅਦ ਕਹਿੰਦੇ ਹੁਣ ਜੇ ਪ੍ਰੋਡਿਊਸਰ ਸੈਕਟਰ ਆ ਉਹਨੇ ਹਾਊਸ ਹੋਲਡ ਸੈਕਟਰ ਤੋਂ ਫੈਕਟਰ ਸਰਵਿਸ ਲਈਆਂ ਹੋਣਗੀਆਂ, ਜੋ ਆਪਣੇ ਫੈਕਟਰ ਆਫ ਪ੍ਰੋਡਕਸ਼ਨ ਹੈ ਉਹ ਯੂਜ਼ ਕੀਤੇ ਹੋਣਗੇ, ਤਾਂ ਉਹਨਾਂ ਦੇ ਯੂਜ਼ ਕਰਨ ਦੇ ਨਾਲ ਉਹਨਾਂ ਨੂੰ ਕੀ ਕਰੂਗਾ, ਡਿਸਟ੍ਰੀਬਿਊਸ਼ਨ ਆਫ ਇਨਕਮ, ਜਿਹਨੂੰ ਆਪਾਂ ਕੀ ਕਹਿੰਦੇ ਆ ਜਨਰੇਸ਼ਨ ਆਫ ਇਨਕਮ, ਵੀ ਕੰਟਰੀ ਦੇ ਵਿੱਚ ਕੀ ਆ ਇਨਕਮ ਜਨਰੇਟ ਹੋਊਗੀ। ਉਹਨਾਂ ਨੂੰ ਕੀ ਮਿਲੂਗਾ, ਆਪਣਾ ਵੇਜਸ ਹੋਊਗੀ ਜਿਵੇਂ। ਉਸ ਤੋਂ ਬਾਅਦ ਆ ਗਿਆ ਆਪਣਾ ਰੈਂਟ ਹੋ ਗਿਆ ਜੀ, ਇੰਟਰਸਟ ਹੋ ਗਿਆ ਐਂਡ ਆਪਣਾ ਪ੍ਰੋਫਿਟ ਹੋ ਗਿਆ। ਤਾਂ ਇਹ ਕੀ ਬਣ ਜਾਣੀ ਆਪਣੀ ਫੈਕਟਰ ਇਨਕਮ ਬਣ ਜਾਣੀ ਆ। ਤਾਂ ਹੁਣ ਕਹਿੰਦੇ ਵੀ ਜੇ ਦੂਸਰਾ ਫੇਸ ਆ ਉਹਦੇ ਵਿੱਚ ਕੀ ਹੋ ਰਿਹਾ ਵਾ, ਇਨਕਮ ਜਨਰੇਟ ਹੋ ਰਹੀ ਆ। ਤਾਂ ਜਿਹੜਾ ਆਪਣਾ ਨੈਸ਼ਨਲ ਇਨਕਮ ਦਾ ਦੂਸਰਾ ਮੈਥਡ ਬਣਿਆ ਉਹ ਇਹੀ ਫੇਸ ਤੋਂ ਬਣਿਆ, ਜਿਹਨੂੰ ਆਪਾਂ ਕਹਿੰਦੇ ਆ ਜੀ ਆਪਣਾ ਇਨਕਮ ਮੈਥਡ। ਜੋ ਆਪਣਾ ਤੀਸਰਾ ਫੇਸ ਆ, ਕਹਿੰਦੇ ਹੁਣ ਜੇ ਲੋਕਾਂ ਕੋਲੇ ਇਨਕਮ ਜਨਰੇਟ ਹੋਊਗੀ ਤਾਂ ਉਹਨੂੰ ਕੀ ਕਰਨਗੇ, ਸਪੈਂਡ ਕਰਨਗੇ, ਠੀਕ ਹੈ ਜੀ। ਤਾਂ ਕੰਟਰੀ ਦੇ ਵਿੱਚ ਕੀ ਹੈ, ਐਕਸਪੈਂਡੀਚਰ ਆਉਣਗੇ। ਤਾਂ ਐਕਸਪੈਂਡੀਚਰ ਆਪਣੇ ਇੱਥੇ ਦੋ ਤਰ੍ਹਾਂ ਦੇ ਆਉਣਗੇ, C+I, ਜਿਹਨੂੰ ਆਪਾਂ ਕੀ ਕਹਿੰਦੇ ਆ ਜੀ ਕੰਜ਼ੰਪਸ਼ਨ ਐਕਸਪੈਂਡੀਚਰ। जो अपना आई है ਉਹਨੂੰ ਆਪਾਂ ਕਹਿੰਦੇ ਆ ਜੀ ਇਨਵੈਸਟਮੈਂਟ ਐਕਸਪੈਂਡੀਚਰ। ਤਾਂ ਕੰਟਰੀ ਦੇ ਵਿੱਚ ਜੋ ਆਪਾਂ ਨੈਸ਼ਨਲ ਇਨਕਮ ਐਸਟੀਮੇਟ ਕਰਦੇ ਆ ਉਹਦੀ ਜੋ ਆਪਣਾ ਤੀਸਰਾ ਮੈਥਡ ਆ ਉਹ ਇਹ ਫੇਸ ਦੇ ਵਿੱਚੋਂ ਆਇਆ, ਜੋ ਤੀਸਰੇ ਮੈਥਡ ਦਾ ਨੇਮ ਉਹ ਆਪਣਾ ਜੀ ਐਕਸਪੈਂਡੀਚਰ ਮੈਥਡ।
ਤਾਂ ਜੋ ਆਪਣਾ ਪਹਿਲਾ ਫੇਸ ਸੀ ਜੋ ਪ੍ਰੋਡਕਸ਼ਨ ਜਿਹਦੇ ਵਿੱਚ ਵੈਲਿਊ ਐਡਡ ਮੈਥਡ ਆਇਆ, ਦੂਸਰੇ ਦੇ ਵਿੱਚ ਇਨਕਮ ਜਨਰੇਟ ਹੋ ਰਹੀ ਆ ਉਹ ਤੋਂ ਇਨਕਮ ਮੈਥਡ ਬਣਿਆ, ਜੋ ਆਪਣਾ ਤੀਸਰਾ ਵਾ ਐਕਸਪੈਂਡੀਚਰ ਹੋ ਰਹੇ ਨੇ ਕੰਟਰੀ ਦੇ ਵਿੱਚ, ਜਾਂ ਤੀਸਰਾ ਮੈਥਡ ਬਣਿਆ ਜੀ ਆਪਣਾ ਐਕਸਪੈਂਡੀਚਰ ਮੈਥਡ। ਸੋ ਕਰਾਂਗੇ ਆਪਾਂ ਸਿਗਨੀਫੀਕੈਂਸ ਆਫ ਸਰਕੂਲਰ ਫਲੋ ਮਾਡਲ। ਪਹਿਲਾਂ ਆਪਾਂ ਸਰਕੂਲਰ ਫਲੋ ਮਾਡਲ ਦੇਖਦੇ ਹਾਂ ਜੀ। ਮੰਨ ਲਓ ਕੰਟਰੀ ਦੇ ਵਿੱਚ ਆਪਣੇ ਦੋ ਸੈਕਟਰ ਨੇ, ਇੱਕ ਹਾਊਸਹੋਲਡ ਸੈਕਟਰ ਇੱਕ ਪ੍ਰੋਡਿਊਸਰ ਸੈਕਟਰ ਆ। ਜਿਹੜਾ ਹਾਊਸਹੋਲਡ ਸੈਕਟਰ ਆ ਉਹ ਪ੍ਰੋਡਿਊਸਰ ਸੈਕਟਰ ਨੂੰ ਕੀ ਪੇ ਕਰ ਰਿਹਾ ਜੀ ਆਪਣੀਆਂ ਫੈਕਟਰ ਸਰਵਿਸ, ਤੇ ਜਿਹੜਾ ਆਪਣਾ ਪ੍ਰੋਡਿਊਸਰ ਸੈਕਟਰ ਆ ਉਹ ਹਾਊਸਹੋਲਡ ਨੂੰ ਕੀ ਕਰ ਰਿਹਾ ਜੀ ਆਪਣੀ ਫੈਕਟਰ ਪੇਮੈਂਟ। ਇਸ ਤਰ੍ਹਾਂ ਹੀ ਆਪਣਾ ਹੋਰ ਕੀ ਆ ਵੀ ਜਿਹੜਾ ਹਾਊਸਹੋਲਡ ਸੈਕਟਰ ਆ ਉਹ ਪ੍ਰੋਡਿਊਸਰ ਸੈਕਟਰ ਤੋਂ ਕੀ ਲੈਂਦਾ ਜੀ ਆਪਣੀਆਂ ਗੁੱਡਸ ਐਂਡ ਸਰਵਿਸ ਪਰਚੇਸ ਕਰਦਾ, ਤੇ ਜਿਹੜਾ ਆਪਣਾ ਹਾਊਸਹੋਲਡ ਸੈਕਟਰ ਆ ਜੀ ਉਹ ਪ੍ਰੋਡਿਊਸਰ ਸੈਕਟਰ ਨੂੰ ਕੀ ਕਰੂਗਾ ਉਹਦੇ ਬਦਲੇ ਪੇਮੈਂਟ ਕਰੂਗਾ ਜੋ ਆਪਣੇ ਕੰਜ਼ੰਪਸ਼ਨ ਐਕਸਪੈਂਡੀਚਰ। ਠੀਕ ਹੈ ਜੀ। ਇਸ ਤਰ੍ਹਾਂ ਜਿਵੇਂ ਹੁਣ ਹਾਊਸਹੋਲਡ ਸੈਕਟਰ ਨੇ ਫੈਕਟਰ ਸਰਵਿਸ ਪ੍ਰੋਵਾਈਡ ਕੀਤੀਆਂ ਨੇ ਤਾਂ ਉਹਦੇ ਬਦਲੇ ਪ੍ਰੋਡਿਊਸਰ ਸੈਕਟਰ ਹਾਊਸਹੋਲਡ ਨੂੰ ਕੀ ਪੇ ਕਰ ਰਿਹਾ ਵਾ ਫੈਕਟਰ ਪੇਮੈਂਟ, ਜਿਹਦੇ ਵਿੱਚ ਰੈਂਟ ਇੰਟਰਸਟ ਪ੍ਰੋਫਿਟ ਆਪਣੀ ਕੰਪਨਸੇਸ਼ਨ ਆਫ EMPLOYE ਆ ਜੂਗਾ ਜੀ। ਤੇ ਇਸ ਤਰ੍ਹਾਂ ਜੇ ਹਾਊਸਹੋਲਡ ਸੈਕਟਰ ਆ ਪ੍ਰੋਡਿਊਸਰ ਤੋਂ ਮੰਨ ਲਓ ਗੁੱਡਸ ਐਂਡ ਸਰਵਿਸ ਪਰਚੇਸ ਕਰੂਗਾ ਤਾਂ ਉਹਦੇ ਬਦਲੇ ਉਹਨਾਂ ਨੂੰ ਕੀ ਪੇ ਕਰੂਗਾ ਜੀ ਕੰਜ਼ੰਪਸ਼ਨ ਐਕਸਪੈਂਡੀਚਰ। ਤਾਂ ਹੁਣ ਕਹਿੰਦੇ ਵੀ ਜਿਹੜਾ ਫਲੋ ਹੋ ਰਿਹਾ ਇਹ ਫਲੋ ਤੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਜੀ। ਪਹਿਲਾਂ ਤਾਂ ਵੀ ਇਹਦੀ ਹੈਲਪ ਦੇ ਨਾਲ ਆਪਾਂ ਕੀ ਕੈਲਕੂਲੇਟ ਕਰ ਸਕਦੇ ਹਾਂ ਐਸਟੀਮੇਸ਼ਨ ਆਫ ਨੈਸ਼ਨਲ ਇਨਕਮ। ਕਹਿੰਦੇ ਵੀ ਹੁਣ ਦੇਖ ਆਪਾਂ ਨੇ ਪਹਿਲਾਂ ਵੀ ਕੀਤੇ ਨੇ 3 ਫੇਸ ਕਰੇ ਨੇ ਵੀ ਜਿਹਦੇ ਵਿੱਚ ਕੀ ਆ ਪ੍ਰੋਡਕਸ਼ਨ ਹੋ ਰਹੀ ਹੈ, ਤਾਂ ਪ੍ਰੋਡਕਸ਼ਨ ਤੋਂ ਆਪਣਾ ਜਿਹੜਾ ਪਹਿਲਾ ਮੈਥਡ ਬਣਿਆ ਜੀ ਵੈਲਿਊ ਐਡਡ, ਵੀ ਕੰਟਰੀ ਦੇ ਵਿੱਚ ਕਿੰਨੀ ਵੈਲਿਊ ਐਡ ਹੋਈ ਆ। ਤਾਂ ਹੁਣ ਦੇਖੋ ਇੱਥੇ ਕੰਟਰੀ ਦੇ ਵਿੱਚ ਪ੍ਰੋਡਿਊਸਰ ਸੈਕਟਰ ਹਾਊਸਹੋਲਡ ਨੂੰ ਕੀ ਪੇ ਕਰ ਰਿਹਾ ਫੈਕਟਰ ਪੇਮੈਂਟ, ਜੋ ਜਿਹੜੇ ਆਪਣੇ ਹਾਊਸਹੋਲਡ ਆ ਉਹਨਾਂ ਦੀ ਕੀ ਬਣ ਜਾਣੀ ਹੈ ਫੈਕਟਰ ਇਨਕਮ ਬਣ ਜਾਣੀ, ਜਿਹਦੇ ਵਿੱਚ ਕੀ ਇਨਕਲੂਡ ਹੋਊਗਾ ਜੀ ਆਪਣਾ ਰੈਂਟ ਇੰਟਰਸਟ ਹੋ ਗਿਆ ਜਿਵੇਂ ਆਪਣਾ ਜੀ, ਉਸ ਤੋਂ ਬਾਅਦ ਆ ਗਿਆ ਪ੍ਰੋਫਿਟ, ਤੇ ਉਸ ਤੋਂ ਬਾਅਦ ਆ ਗਿਆ ਆਪਣਾ ਕੰਪਨਸੇਸ਼ਨ ਆਫ EMPLOYE। ਤਾਂ ਇਹ ਆਪਣੀ ਸਾਰੀ ਕੀ ਹੈ ਫੈਕਟਰ ਇਨਕਮ ਹੁੰਦੀ ਆ। ਇਹਨਾਂ ਨੂੰ ਆਪਾਂ ਐਡ ਅਪ ਕਰਕੇ ਇਹਦੇ ਥਰੂ ਵੀ ਜੋ ਆਪਾਂ ਦੇਖ ਸਕਦੇ ਹਾਂ ਕਿ ਕੰਟਰੀ ਦੇ ਆਪਣੇ ਕਿੰਨੀ ਜਿਹੜੀ ਫੈਕਟਰ ਇਨਕਮ ਜਨਰੇਟ ਹੋਈ ਆ, ਜਾਂ ਕੰਟਰੀ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਕਿੰਨੇ ਐਕਸਪੈਂਡੀਚਰ ਹੋਈ। ਤਾਂ ਇਹਨਾਂ ਤਿੰਨ ਜਿਹੜੇ ਫੇਸ ਨੇ ਪ੍ਰੋਡਕਸ਼ਨ, ਇਨਕਮ ਜਨਰੇਸ਼ਨ ਆਫ ਇਨਕਮ ਤੇ ਐਕਸਪੈਂਡੀਚਰ, ਇਹਨਾਂ ਤਿੰਨਾਂ ਫੇਸ ਦੇ ਥਰੂ ਆਪਾਂ ਕੀ ਕੈਲਕੂਲੇਟ ਕਰ ਸਕਦੇ ਹਾਂ ਜੋ ਆਪਣੀ ਨੈਸ਼ਨਲ ਇਨਕਮ ਆ ਉਹ ਆਪਾਂ ਐਸਟੀਮੇਟ ਲਗਾ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਨੂੰ ਕਹਿੰਦੇ ਨੌਲੇਜ ਮਿਲਦੀ ਆ ਵੀ ਜਿਹੜੇ ਆਪਣੇ ਸੈਕਟਰ ਨੇ ਇਹ ਇੱਕ ਦੂਜੇ ਦੇ ਉੱਪਰ ਕੀ ਨੇ ਜੀ ਡਿਪੈਂਡ ਨੇ, ਕਿਉਂਕਿ ਜੇ ਹਾਊਸਹੋਲਡ ਸੈਕਟਰ ਨੂੰ ਗੁੱਡਸ ਚਾਹੀਦੀਆਂ ਨੇ ਤਾਂ ਕੀ ਤੋਂ ਮਿਲਣਗੇ ਨੇ ਜੀ ਪ੍ਰੋਡਿਊਸਰ ਸੈਕਟਰ ਨੂੰ। ਹੁਣ ਜੇ ਪ੍ਰੋਡਿਊਸਰ ਸੈਕਟਰ ਨੇ ਪ੍ਰੋਡਕਸ਼ਨ ਕਰਨੀ ਹੈ ਫੈਕਟਰ ਆਫ ਪ੍ਰੋਡਕਸ਼ਨ ਦੀ ਬਾ ਮਤਲਬ ਕੀ ਹੈ ਲੋਡ ਪੈਣੀ ਹੈ ਨੀਡ ਪੈਣੀ ਹੈ ਜੀ, ਤਾਂ ਉਹ ਕੀ ਤੋਂ ਲਊਗਾ ਜੀ ਆਪਣਾ ਹਾਊਸਹੋਲਡ ਸੈਕਟਰ ਤੋਂ। ਇਸ ਤਰ੍ਹਾਂ ਵੀ ਆਪਾਂ ਨੂੰ ਮਤਲਬ ਨੌਲੇਜ ਮਿਲਦੀ ਹੈ ਜਿਹੜਾ ਆਪਣਾ ਫਲੋ ਆਫ ਮਾਡਲ ਆ ਸਰਕੂਲਰ ਫਲੋ ਆਫ ਮਾਡਲ ਵੀ ਜਿਹੜੇ ਆਪਣੇ ਸੈਕਟਰ ਨੇ ਉਹ ਇੱਕ ਦੂਜੇ ਦੇ ਉੱਪਰ ਕੀ ਨੇ ਡਿਪੈਂਡ ਨੇ। ਤਾਂ ਅੱਜ ਆਪਾਂ ਵੀਡੀਓ ਦੇ ਵਿੱਚ ਇਹ ਕੀਤਾ ਸੀ ਕਿ ਸਰਕੂਲਰ ਫਲੋ ਆਫ ਇਨਕਮ ਕੀ ਹੈ, 3 ਫੇਸਸ ਕੀ ਨੇ ਆਪਣੇ ਉਹਨਾਂ ਦੇ, ਤੇ ਉਸ ਤੋਂ ਬਾਅਦ ਕਰਿਆ ਆਪਾਂ ਨੇ ਸਰਕੂਲਰ ਫਲੋ ਜਿਹੜਾ ਮਾਡਲ ਉਹਦੀ ਸਿਗਨੀਫੀਕੈਂਸ ਕੀ ਆ। ਉਮੀਦ ਕਰਦੇ ਹਾਂ ਵੀ ਤੁਹਾਨੂੰ ਸਾਰਿਆਂ ਨੂੰ ਮਤਲਬ ਇਹ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ। ਤੇ ਜੀ ਆਪਣੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ। ਥੈਂਕ ਯੂ।